ਦੁਸ਼ਮਣਾਂ ਦੀ ਫੌਜ ਜਦ ਬਦਰ ਦੀ ਲੜਾਈ ਦੇ ਚੋਂ ਨਸੇ ਮੁਹੰਮਦ ਸਾਹਿਬ ਤੇ ਦੁਸ਼ਮਣ ਪਿੱਛਾ ਪੈ ਕਰਦੇ ਲੱਭਦੇ ਤੇ ਮੁਹੰਮਦ ਸਾਹਿਬ ਨੇ ਦੇਖਿਆ ਇਤਨੀ ਇਹ ਫੌਜ ਹੈ, ਬਹੁਤ ਸਾਰੇ ਨੇ, ਪਕੜ ਲੈਣਗੇ ਮੈਨੂੰ। ਰਸਤੇ 'ਚ ਪਹਾੜ ਦੇ 'ਚ ਗੁਫਾ ਸੀ, ਉਹਦੇ 'ਚ ਚਲੇ ਗਏ, ਛੁਪ ਗਏ। ਕਿਉਂ ਫੌਜ ਨੇ ਤੇ ਉੱਥੋਂ ਲੰਘਣਾ ਸੀ, ਗੁਫਾ 'ਚ ਤੇ ਝਾਤ ਮਾਰਨੀ ਸੀ। ਇੱਕ ਮੱਕੜੀ ਨੇ ਜਾਲਾ ਤਣ ਦਿੱਤਾ। ਜੈਸੇ ਫੌਜ ਪਹਾੜ ਦੇ ਕੋਲੋਂ ਲੰਘਦੀ ਉਸ ਗੁਫਾ ਨੂੰ ਦੇਖਦੀ ਹੈ, ਪਰ ਜੈਸੇ ਜਾਲਾ ਦੇਖਿਆ ਤੇ ਇੱਥੇ ਤੇ ਮੁੱਦਤਾਂ ਹੋਈਆਂ ਨੇ, ਕੋਈ ਗਿਆ ਹੀ ਨਹੀਂ। ਜਾਲਾ ਜੋ ਕ੍ਰਿਸ਼ਮਾ ਹੋ ਗਿਆ। ਜੈਸੇ ਕੀੜੀ ਚਲਦੀ ਹੋਈ ਤਪਦੇ ਹੋਏ ਥੰਮ ਤੇ ਦੇਖ ਕੇ ਪ੍ਰਹਿਲਾਦ ਦਾ ਹੌਸਲਾ ਵੱਧ ਗਿਆ। ਇਹ ਤਪਿਆ ਹੋਇਆ ਥੰਮ ਜੇ ਕੀੜੀ ਨੂੰ ਨਹੀਂ ਜਲਾਂਦਾ, ਮੈਨੂੰ ਕੀ ਜਲਾਏ। ਉਸ ਮੱਖੜੀ ਦੇ ਜਾਲੇ ਨੂੰ ਵੇਖ ਕੇ ਫੌਜ ਅੱਗੇ ਲੰਘ ਗਈ। ਮੁਹੰਮਦ ਸਾਹਿਬ ਉੱਥੇ ਹੀ ਸਨ। ਕ੍ਰਿਸ਼ਮੇ ਵਰਤ ਜਾਂਦੇ। ਇਹ ਰੱਬੋਂ ਆਉਂਦਾ ਹੈ, ਇਹ ਪ੍ਰਮਾਤਮਾ ਵੱਲੋਂ ਆਉਂਦਾ ਹੈ। ਇੰਜ ਹੱਥ ਕੀਤਾ, ਪੱਥਰ ਮੋਮ ਹੋ ਗਿਆ। ਤੁਹਾਡੇ ਵਿੱਚੋਂ ਗਏ ਹੋਣੇ ਨੇ ਕਈ ਪੰਜਾ ਸਾਹਿਬ, ਅਜੇ ਵੀ ਪਿਆ ਪੰਜਾ ਲੱਗਿਆ ਸਤਿਗੁਰ। ਗਜ਼ਬ ਦੀ ਗੱਲ ਹੈ, ਹਰ ਇੱਕ ਦਾ ਪੰਜਾ ਉਸ ਵਿੱਚ ਫਿੱਟ ਵੀ ਆ ਜਾਂਦਾ। ਦੇਸ਼ ਦੀ ਵੰਡ ਦੇ ਸਮੇਂ ਔਰ ਉਸ ਤੋਂ ਪਹਿਲੇ 2 ਦਫਾ ਛੇਣਿਆਂ ਤੇ ਹਥੌੜਿਆਂ ਨਾਲ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਹਥੌੜੇ ਤੇ ਛੇਣੇ ਟੁੱਟ ਗਏ, ਉਹ ਪੰਜਾ ਨਹੀਂ ਟੁੱਟਿਆ ਅਜੇ ਵੀ। ਦਾਸ ਪਿੱਛੋਂ ਜਿਸ ਇਲਾਕੇ ਤੋਂ ਆਇਆ, ਉੱਥੋਂ ਕੋਈ 150-200 ਮੀਲ ਪੈਂਦਾ ਸੀ ਪੰਜਾ ਸਾਹਿਬ। ਅਕਸਰ ਸਕੂਲ ਦੇ ਜਦ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਸਨ, ਚਲੇ ਜਾਂਦੇ ਸੀ ਦਰਸ਼ਨ। ਸਾਰਾ ਫਰੰਟੀਅਰ, ਕੁਝ ਅਫਗਾਨਿਸਤਾਨ ਦਾ ਇਲਾਕਾ, ਰਾਵਲਪਿੰਡੀ, ਮੀਆਂ ਵਾਲੀ, ਮੁਲਤਾਨ, ਉਹਨਾਂ ਦਿਨਾਂ 'ਚ ਪੰਜਾ ਸਾਹਿਬ ਜ਼ਰੂਰ ਜਾਂਦਾ ਸੀ। ਬੜੀ ਰੌਣਕ, ਬੜੀ ਗਹਿਮਾ ਗਏ, ਬੜੀ ਸਤਿਗੁਰ ਦੀ ਉੱਥੇ ਬਖਸ਼ਿਸ਼। ਉਸੇ ਪੰਜੇ 'ਚੋਂ ਪਾਣੀ ਅੱਜ ਵੀ ਨਿਕਲਦਾ, ਉਹ ਝਰਨਾ ਅੱਜ ਵੀ ਚੱਲਦਾ। ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਐਸਾ ਸਤਿਗੁਰ ਕਰਨਾ ਨਹੀਂ ਚਾਹੁੰਦੇ ਸਨ, ਐਸਾ ਪਰਮਾਤਮਾ ਤੋਂ ਹੋ ਗਿਆ, ਐਸਾ ਈਸ਼ਵਰ ਤੋਂ ਹੋ ਗਿਆ, ਐਸਾ ਈਸ਼ਵਰ ਚਾਹੁੰਦਾ ਸੀ। ਪਰ ਸਿੱਧਾਂ ਨੇ ਆਪਣੀ ਸਿੱਧੀ ਨਾਲ ਸਾਰਾ ਸਰੋਵਰ ਰਤਨਾਂ ਨਾਲ ਭਰ ਦਿੱਤਾ, ਹੀਰਿਆਂ ਨਾਲ ਭਰ ਦਿੱਤਾ। ਬਈ ਹੁਣ ਗੁਰੂ ਨਾਨਕ ਪ੍ਰਭਾਵਿਤ ਹੋਵੇਗਾ। ਗ੍ਰਸਤੀ ਇਹ ਪਟਵਾਰੀ ਦਾ ਪੁੱਤ ਹੈ, ਧਨ ਚਾਹੀਦਾ ਹੋਣਾ। ਅਸੀਂ ਦੱਸ ਦਈਏ ਇਹਨਾਂ ਨੂੰ, ਧਨ ਤੇ ਸਾਡੀਆਂ ਅੱਖਾਂ ਦੇ ਇਸ਼ਾਰੇ ਨਾਲ ਪੱਥਰ ਹੀਰੇ ਹੋ ਜਾਂਦੇ। ਸਰੋਵਰਾਂ ਦੇ ਛੋਟੇ ਛੋਟੇ ਵੱਟੇ ਲਾਲ ਤੇ ਰਤਨ ਹੋ ਜਾਂਦੇ। ਬਾਬਾ ਆਇਆ ਪਾਣੀਏ, ਡਿਠੇ ਰਤਨ ਜਵੇਹਰ ਲਾਲਾ। ਫਿਰ ਆਇਆ ਸੁਣ ਨਾਥ ਜੀ, ਪਾਣੀ ਠੌਰ ਨਹੀਂ ਤਿਸ ਤਾਲਾ। ਸਤਿਗੁਰ ਵਾਪਸ ਆ ਗਏ ਤੇ ਖੱਪਰ ਅੱਗੋਂ ਰੱਖ ਕੇ ਕਹਿਣ ਲੱਗੇ, ਭੰਗਰ ਨਾਥ ਜੀ, ਤੁਸੀਂ ਤੇ ਕਹਿੰਦੇ ਹੋ ਜ਼ਮੀਨ ਤੇ ਬੈਠੇ ਹੋਇਆ, ਸਾਨੂੰ ਆਸਮਾਨ ਦੀ ਵੀ ਸਮਝ ਹੈ, ਦਿਖਾਈ ਦਿੰਦਾ। ਸਿਆਰਿਆਂ 'ਚ ਕੀ ਹੋ ਰਿਹਾ ਹੈ, ਤਾਰਿਆਂ 'ਚ ਕੀ ਹੋ ਰਿਹਾ ਹੈ, ਹੋਰ ਹੋਰ ਗ੍ਰਹਿ ਨਛੱਤਰਾਂ 'ਚ ਕੀ ਹੋ ਰਿਹਾ ਹੈ, ਤੁਹਾਨੂੰ ਦਿਖਾਈ ਦਿੰਦਾ। ਤੁਸੀਂ ਇਸ ਤਰ੍ਹਾਂ ਕਹਿੰਦੇ ਹੋ, ਪਰ ਤੁਹਾਨੂੰ ਤੇ ਇਹ ਵੀ ਨਹੀਂ ਦਿਖਾਈ ਦਿੰਦਾ ਸਾਹਮਣੇ ਸਰੋਵਰ ਦੇ 'ਚ ਪਾਣੀ ਨਹੀਂ ਹੈ। ਨਹੀਂ, ਉਲਟੀ ਖੇਡ ਵਰਤ ਗਈ। ਉਹਨਾਂ ਦੀ ਸੋਟੀ ਉਹਨਾਂ ਨੂੰ ਪੈ ਗਈ। ਇਹਨੂੰ ਕਹਿੰਦੇ ਨੇ ਉਸ਼ਟ ਲਸ਼ਟ ਕਾ ਅਲੰਕਾਰ। ਉਠ ਦੀ ਪਿੱਠ ਦੇ ਚੋਂ ਲੱਠ ਸੋਟੀ ਕੱਢ ਕੇ ਤੇ ਉਸੇ ਸੋਟੀ ਨਾਲ ਉਸ ਨੂੰ ਚਲਾਣਾ। ਉਹ ਸਿੱਧੀ ਜੋ ਉਹਨਾਂ ਸਿੱਧਾਂ ਨੇ ਸਾਹਮਣੇ ਰੱਖੀ, ਗੁਰੂ ਨਾਨਕ ਨੇ ਉਸੇ ਸਿੱਧੀ ਨਾਲ ਚੋਟ ਕੀਤੀ। ਗੁਰੂ ਨਾਨਕ ਨੇ ਵੀ ਤੁਹਾਨੂੰ ਤੇ ਇਤਨਾ ਵੀ ਨਹੀਂ ਦਿਖਾਈ ਦਿੰਦਾ ਉੱਥੇ ਪਾਣੀ ਨਹੀਂ ਹੈ, ਤੁਸੀਂ ਮੈਨੂੰ ਪਾਣੀ ਲੈਣ ਵਾਸਤੇ ਤੇ ਭੇਜ ਦਿੱਤਾ।
ਇੱਥੇ ਬੈਠਿਆ ਹੋਇਆ ਜਿਹਨੂੰ 200 ਗਜ਼ ਤੇ ਨਹੀਂ ਦਿਖਾਈ ਦਿੰਦਾ ਕਿ ਪਾਣੀ ਨਹੀਂ ਹੈ ਉੱਥੇ, ਉਹਨੂੰ ਆਸਮਾਨਾਂ 'ਚ ਕੀ ਖਾਕ ਦਿਖਾਈ ਦਿੰਦਾ ਹੋਵੇਗਾ। ਸ਼ਬਦ ਜਿਤੀ ਸਿੱਧ ਮੰਡਲੀ ਕੀਰਤਨ ਆਪਣਾ ਪੰਥ ਉਜਾਲਾ, ਭੱਗਰਨਾਥ ਵੀ ਪੈਰੀ ਪੈ ਗਿਆ। ਮਹਾਰਾਜ ਬੋਲੋ, ਤੁਸੀਂ ਇਤਨੇ ਸਮਰੱਥ ਹੋ, ਇਤਨੇ ਪ੍ਰਭਾਵਸ਼ਾਲੀ ਹੋ, ਸਾਨੂੰ ਨਹੀਂ ਪਤਾ। ਉਹ ਜੋ ਫਿਰ ਸਿੱਧਾਂ ਦੇ ਬਚਨ ਨੇ ਤੇ ਸਤਿਗੁਰਾਂ ਨੇ ਉਹਨੇ ਬਚਨਾਂ ਨੂੰ ਸੁਧਾਰ ਕੇ ਜੋ ਜਵਾਬ ਦਿੱਤਾ ਹੈ, ਉਹ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ। ਰਾਮ ਕੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਸਿੱਧਾਂ ਨਾਲ ਚਰਚਾ ਕਰਨ ਤੋਂ ਪਹਿਲੇ ਮਹਾਰਾਜ ਨੇ ਪ੍ਰਭੂ ਦੇ ਅੱਗੇ ਅਰਦਾਸ ਵੀ ਕੀਤੀ। ਇਹ ਵੀ ਅਰਜ਼ ਕਰਦੇ, ਸਨਮੁਖ ਸਿੱਧ ਬੈਠਨ ਕੋ ਆਏ, ਨੇਛੋ ਦੇ ਵਡਿਆਈ। ਇਹ ਪ੍ਰਭੂ, ਇਹ ਬੜੇ ਬੜੇ ਸਿੱਧ ਆਏ ਨੇ ਚਰਚਾ ਕਰਨ ਲਈ, ਤੂੰ ਆਪਣੇ ਨਾਮ ਦੀ ਲੱਜਾ ਰੱਖੀ, ਤੂੰ ਆਪਣੇ ਨਾਮ ਦੀ ਲੱਜਾ ਰੱਖੀ, ਆਪਣੇ ਨਾਮ ਦੀ ਜਿੱਤ ਕਰੇ। ਨਾਨਕ ਦੀ ਜਿੱਤ ਨਹੀਂ ਚਾਹੀਦੀ, ਤੇਰੇ ਨਾਮ ਦੀ ਜਿੱਤ ਚਾਹੀਦੀ। ਸ਼ਬਦ ਜਿਤੀ ਸਿੱਧ ਮੰਡਲੀ, ਸਾਰੇ ਸਿੱਧਾਂ ਨੇ ਹਾਰ ਮੰਨ ਲਈ। ਜਿਵੇਂ ਕੋਈ ਧਨਵਾਨ ਧਨ ਦੇ 'ਚ ਰੁਕ ਗਿਆ ਤੇ ਡੁੱਬ ਗਿਆ, ਕੋਈ ਪਰਿਵਾਰ ਦੇ 'ਚ ਡੁੱਬ ਗਿਆ, ਕੋਈ ਪ੍ਰਭਤਾ ਦੇ 'ਚ ਡੁੱਬ ਗਿਆ, ਜੋਗੀ ਰਿਧੀਆਂ ਸਿੱਧੀਆਂ ਦੇ 'ਚ ਡੁੱਬ ਜਾਂਦੇ ਨੇ। ਮਨੁੱਖ ਦੀ ਸੁਰਤ ਕਿੰਨਾ ਕਿੰਨਾ ਕਾਰਨਾਂ ਕਰਕੇ ਰੁਕ ਸਕਦੀ ਹੈ। ਗੁਰੂ ਨਾਨਕ ਨੇ ਖੁਲਾਸਾ ਵੀ ਕੀਤਾ ਹੈ ਸ੍ਰੀ ਰਾਗ ਵਿੱਚ। ਪਹਿਲੇ ਧਨ ਰੋਕੇਗਾ ਮਨੁੱਖ, ਮੋਤੀ ਤਾਂ ਮੰਦਰ ਹੋਸਰੇ, ਰਤਨੀ ਤਾਂ ਹੋਏ ਜੜਾ। ਇਤਨਾ ਧਨਵਾਨ ਹੋਵੇ, ਉਹਦੇ ਮਕਾਨ ਦੀਆਂ ਦੀਵਾਰਾਂ ਵਿੱਚ ਮੋਤੀ ਜੜਤ ਹੋਣ। ਲਾਲ ਕਿਲੇ ਵਿੱਚ ਮੋਤੀ ਜੜਤ ਸਨ, ਹੀਰੇ ਜੜਤ ਸਨ, ਅੰਗਰੇਜ਼ ਕੱਢ ਕੇ ਲੈ ਗਏ। ਮੁਗਲਾਂ ਨੇ ਆਪਣੇ ਮਹਿਲਾਂ 'ਚ ਹੀਰੇ ਮੋਤੀ ਦੀਵਾਰਾਂ ਨਾਲ ਜੜਤ ਕੀਤੇ ਸੀ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾ। ਕੁਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ। ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ। ਦੂਸਰਾ, ਧਰਤੀ ਤਾਂ ਹੀਰੇ ਲਾਲ ਜਲਤੀ, ਪੜੰਗ ਲਾਲ ਜੜਾਓ। ਮੋਹਣੀ ਮੁਖ ਮਣੀ ਸੋਹੇ, ਕਰੇ ਰੰਗ ਪਸਾਓ। ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾ। ਤੀਸਰਾ, ਸੁਲਤਾਨ ਹੋਮਾ ਮੇਲ ਲਸ਼ਕਰ, ਤਖਤ ਰਾਵ ਖਾਂ ਪਾਓ ਰਾਜ ਸਦਾ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਇਹ ਵੀ ਰੋਕਦਾ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੇ ਭਾਓ। ਮਤ ਦੇਖ ਮੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾ। ਅਗਰ ਕੋਈ ਰੁਕਿਆ ਇਹਨਾਂ ਕਰਕੇ ਰੁਕਿਆ, ਕੋਈ ਪਰਮਾਤਮਾ ਤੱਕ ਨਹੀਂ ਪਹੁੰਚ ਸਕਿਆ, ਇਹ ਨਹੀਂ ਪਹੁੰਚਣ ਦਿੰਦੇ। ਸਿੱਧਾਂ ਨੇ ਦੇਖਿਆ ਇਹ ਤੇ ਪ੍ਰਭਾਵਿਤ ਹੀ ਨਹੀਂ ਹੋਇਆ। ਇਹਦੀ ਬਿਰਤੀ ਸੰਸਾਰ ਤੋਂ, ਪਦਾਰਥਾਂ ਤੋਂ, ਰੰਗ ਤੋਂ, ਰੂਪ ਤੋਂ ਉੱਚੀ ਚਲੀ ਗਈ। ਇਹਨੂੰ ਫਰਮਾਣਾ ਬੜਾ ਔਖਾ ਹੈ। ਸਜਦਾ ਕੀਤਾ ਮਛੰਦਰ ਨਾਥ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗਾਥਾ ਦੇ ਦੂਜੇ ਸ਼ਲੋਕ ਦੇ ਵਿੱਚ ਦੱਸਦੇ ਪਏ ਨੇ, ਪਰਮਾਣੂ ਪਰਯੰਤ ਆਕਾਸ਼ੇ, ਦੀਪ ਲੋ ਸੇ ਖੰਡਣੇ। ਕੋਈ ਇਤਨੀ ਵੀ ਸਿੱਧੀ ਪ੍ਰਾਪਤ ਕਰ ਲਵੇ ਕਿ ਪਰਮਾਣੂ ਜਿਤਨਾ ਬਾਰੀਕ ਹੋ ਜਾਏ, ਖੰਡਾਂ ਬ੍ਰਹਿਮੰਡਾਂ ਦਾ ਭਰਮਣ ਕਰਕੇ ਆਵੇ। ਕਿਤਨੀ ਦੇਰ ਦੇ 'ਚ, ਕਿਤਨੀ ਦੇਰ ਦੇ 'ਚ, ਗਛੈਣ ਨੈਣ ਭਾਰੇਣ ਨਾਨਕ। ਜਿਤਨੀ ਦੇਰ ਦੇ 'ਚ ਅੱਖ ਦੀ ਪਲਕ ਥੱਲੇ ਤੋਂ ਉੱਪਰ ਹੁੰਦੀ ਹੈ, ਇਤਨੀ ਦੇਰ ਦੇ 'ਚ ਭਰਮਣ ਕਰਕੇ ਆਵੇ। ਗਛੈਣ ਨੈਣ ਭਾਰੇਣ ਨਾਨਕ, ਬਿਨਾ ਸਾਧੂ ਨਾ ਸਿੱਧਿਆ। ਤੇ ਬਿਨਾ ਗੁਰੂ ਦੀ ਸੰਗਤ ਤੋਂ, ਬਿਨਾ ਸਤਸੰਗ ਕੀਤਿਆਂ ਆਤਮਿਕ ਸਿੱਧੀ ਨਹੀਂ ਮਿਲੇਗੀ, ਜੀਵਨ ਦੀ ਸਫਲਤਾ ਨਹੀਂ ਮਿਲੇਗੀ, ਜੀਵਨ ਦੀ ਮੁਕਤੀ ਨਹੀਂ ਮਿਲੇਗੀ। ਕੀ ਹੋਇਆ? ਸਿੱਧੀ ਮਿਲ ਗਈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨਾ। ਇਹ ਵੀ ਇੱਕ ਮੋਹ ਹੈ। ਜਿਵੇਂ ਧਨ ਦਾ ਮੋਹ ਹੁੰਦਾ ਹੈ, ਪਰਿਵਾਰ ਦਾ ਮੋਹ ਹੁੰਦਾ ਹੈ,
महल माड़ियां का मोह होंदा है, रिधियां सीधियां का भी मोह होंदा है, रुक जाते, आखिरी रुकावट ये खड़ी हो जाती है। तो साहब कहते हैं इतना भी कोई सिद्ध पुरुष हो जाए, गुरु अर्जन देव जी कहते हैं, ਤਾਂ ਵੀ आत्मक आनंद परमात्मा की प्राप्ति नहीं होगी, रस्ते च रुक गए, की होया, सिद्ध हो गए, की होया, इसनों सिद्धियां मिलियां ने। फिर मनुख परमात्मा के मार्ग ते चले, फिर की करे, किस तो प्रेरणा लवे। ये तीजा श्लोक सरवण कर लो, आखिरी अर्थ करके मैं समाप्ति कर देना, थानू लेट ना करा। जानो सत होवंतो मरणो दृष्टेंत मिथ्या। जानो सत होवंतो मरणो दृष्टेण मिथ्या। धर्म की यात्रा किस तो शुरू होती है? मौत तो। मौत तो महात्मा बुद्ध नूं किसे तो ज्ञान नहीं मिलिया। एक अर्थी देख लई, लाश देख लई, एक बुढ़े नूं देख लिया, एक बीमार नूं देख लिया, कहते ते कुछ भी नहीं है जगत, कि शरीर का अंत कुछ भी नहीं है। मन बैरागी हो गया। संवेदना ज्यादा सी, एहसास का मादा ज्यादा सी। बारीक मनुख हर गल नूं बड़ी गहराई नाल लैंदा है। इस वास्ते साहिब कहते हैं, हार भरियो स्वामी के द्वारे दीजे बुद्ध विवेका। जिन्हों जन्म ते जीवन दिखाई देता है, तो फिर प्रबल लोभ भी चाहिए, प्रबल हंकार भी चाहिए, वासना भी बड़ी प्रबल चाहिए। और जिन्हों हर वक्त मौत ही दिखाई देती, लोभ शांत हो जाएगा। बड़े तीर्थां दे रटन करन नाल जो हंकार नहीं मरिया, मौत दिखाई देवे, हंकार मर जाएगा। तो इस तीजे श्लोक दे गुरु अर्जन देव जी कहते, जानो सत, एक गल तू सच करके जान, वो वंतो मरणो, मरना है। और मनुख दे सारे करतब मनोरंजन ते सारी भज दौड़ मौत नूं भुलाण वास्ते, और फिर सारी जिंदगी जन्म दिन मनाई जाए ताकि मौत चेते ही ना आए। हद हो गई, जन्म दिन उते हो गया, हुण मरण दिन चेते कर। महाराज यही कह रहे हैं, जानो सत। मैं फिर अर्ज करा, धर्म की यात्रा दुख के ज्ञान तो होंदी है, परमात्मा के ज्ञान तो नहीं। वो तो बाद च मिलता है। परमात्मा का ज्ञान परमात्मा के नाल ही मिलता है, उस तो पहले नहीं मिलता। रोशनी मिल गई है जिसनों, तो समझ लेना सूरज वेख लिया उसने। ज्ञान मिल गया तो भगवान मिल गया, ज्ञान मिल गया तो प्रभु मिल गया, चानना मिल गया तो सूरज मिल गया। पहले मनुख परमात्मा के ज्ञान करके परमात्मा के मार्ग ते नहीं चलता, मौत के ज्ञान कर मिथ्या है, कुछ भी नहीं है, जगत कुछ भी नहीं है। जब जगत तो बैरागी होवेगा तो ही परमात्मा के मार्ग ते चलेगा। इस वास्ते सतगुरु कहते ने, जानो सत, एक गल सच करके जान, मौत है। भगत कबीर रोज रोज शमशान घाट ते चले जाते सन। महात्मा बुद्ध भी अपने भिक्षुओं को भेजते सन। मां ने कबीर नूं डांटिया, किसी का साक संबंधी चलाना कर जाता है, हो जाता है शमशान घाट ते, तू रोज़ चला जाता है। क्योंकि आले दुआले दे मुरदे भी बनारस दे जलाए जाते हैं, हुण भी लैन लगी होंदी है 24 घंटे। कोई 16 चितावां ने जल्दियां ही रहिंदियां। और यकीन जानो पूरा दाह संस्कार भी नहीं आउंदा, लकड़ियां समेत अद्धी जली हुई लाश ब्राह्मण वो जिहड़े जलांदे ने गंगा सुट देंदे, क्योंकि दूजी लंबी लाइन लगी। कानपुर तो लाशां आउंदियां, इलाहाबाद तो आउंदियां, दिल्ली तो आउंदियां, कलकत्ते तो आउंदियां। उत्थे क्यों? कहंदे जिहड़ा जिसदा उत्थे दाह संस्कार होवे या उत्थे मर जाए, वो सीधा शिवां दी नगरी जाता है। बस ये मनोरथ है। 85 साल के जब भगत कबीर होए ना, ढोरा डंगर समेट के चलन लगे, बनारस छोड़ गए। ते ब्राह्मण हुण पता की कहंदे ने, वो कबीर अपने शब्द विच कहंदे ने,
सगल जन्म शिवपुरी बिताया, मरती बार मगहर उठदाया। सारी जिंदगी ते रहा बनारस दे और मरण लग्या जा रहा है मगहर। मगहर गोरखपुर दे कोल एक छोटा जिहा इलाका है, हुण ते वड्डा कस्बा हो गया, किसी वक्त 150 घर सन। ਉਹਦੇ ਬਾਰੇ ਬ੍ਰਾਹਮਣਾਂ ਦਾ ਕਹਿਣਾ ਹੈ ਕਿ ਗਣੇਸ਼ ਨੇ ਸਰਾਪ ਦਿੱਤਾ ਹੋਇਆ ਹੈ, ਜਿਹੜਾ ਇੱਥੇ ਮਰੇਗਾ ਖੋਤੇ ਦੀ ਜੂਨ ਜਾਏਗਾ। ਤੋ ਡਰਦਾ ਮਾਰਾ ਹੋਇਆ ਕੋਈ ਹਿੰਦੂ ਤੇ ਜਾਂਦਾ ਹੀ ਨਹੀਂ, ਐਵੇਂ ਕਿਧਰੇ ਪ੍ਰਾਣ ਨਿਕਲਣ ਤੇ ਫਿਰ ਖੋਤੇ ਦੀ ਜੂਨ ਜਾਵਾਂਗੇ। ਕਬੀਰ ਮਗਹਰ ਨੂੰ ਚੱਲ ਪਿਆ। ਹੁਣ ਜਦ ਬਨਾਰਸ 'ਚ ਰਹਿੰਦਾ ਸੀ ਤੇ ਵੰਡਦੇ ਸਨ, ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸਨ, पर जब अज बनारस छड्डन लगा है तो मौका उन्होंने फिर भी हथों नहीं जान दिता, हुण भी भंडते पे ने। कहते सगल जन्म शिवपुरी बिताया, मरती बार मगहर उठदाया। काशी मगहर संबिचारी, ओछी भगत कैसे उतरस पारी। होछ है गल कटते हैं, ये तो होछ है। इन्हें मगहर नूं काशी जैसा ही समझ लिया, इन्नी पवित्र नगरी छड़ के जा रहे। कहते ने लोई ने भी समझाया सी कबीर नूं, हुण अंतिम समय बुढ़े हो गए, हुण की बनारस छड्डनी। लोकी इत्थे आउंदे ने मरण वास्ते, आपां छड़ के जा रहे हैं। कबीर अपनी पत्नी नूं समझांदे होया कहंदे ने बड़े कीमती बोल, कहत कबीर सुनोरी लोई, भरम न भूलो कोई। क्या काशी क्या ऊखर मगहर, राम हृदय जो होई। हिरदे च राम होना चाहिए, की बनारस ते की मगहर। इस वास्ते बनारस दे ब्राह्मण कहते ने होछी भगत कैसे उतरस पारी। होछा है कबीर अपने शब्द विच कह रहे हैं, सारे मैनू होछा कह रहे हैं। क्यों? काशी मगहर संबिचारी, होछी भगत कैसे उतरस पारी। पर कबीर कहते जो तन काशी तजे कबीरा, रमैये कहा ने होरा। जे मैं इत्थे शरीर का त्याग कर दिया तो राम की बंदगी कानू करता रहा मैं, फिर प्रभु का की एहसान। फिर तो तुसी यही आखोगे बनारस च मरिया सीधा शिवां दी पुरी गए। मैं मगहर दे च मरना है और सीधा प्रभु च लीन होना। जो तन काशी तजे कबीरा, रमैये कहा ने होरा। फिर रब का की एहसान होया, इत्थे मैं मर जावां तो मैनू मुक्ति मिल जाए। नहीं, मगहर मरांगा और प्रभु विच लीन होवांगा, मैं मुड़ के नहीं आवना। बहुर हम काहे आवेंगे, आवन जाना हुक्म तिसे का, हुक्मे बोझ समावेंगे। जिन्ने चिर तक उत्थे रहा गालां कढ़दे रहे, सारे तरह तरह के इल्जाम लाते रहे, पर अज विचारा रुखसत आउण लगा तां भी तरह तरह के इल्जाम लाते हैं। गोरखपुर जब धन गुरु नानक देव जी महाराज के पुरब ते एक हफ्ता बाद मनाया जाता है, मैं पहुँचया सी। बहुत पुरानी गल है। ते मैं उतों के प्रेजिडेंट नूं कहा, मैं गड्डी का इंतजाम कर दो, मैं मगहर जाना है। हस पिया, कहते ज्ञानी जी उत्थे तो कोई नहीं जाता। मैं कबीर उत्थे समाए ने ते उन्हां दा उत्थे देवरा बने होया, मैं जाना है। कबीर पंथी उत्थे रहिंदे, आपां जाना। हस पे, उन्होंने मैनू ड्राइवर दे दिता, चले गए। एक समाध जिहा बनी हुई है, थड़ा जिहा, एक पासे ब्राह्मण बैठा है, वो मैनू खिंचे भी सरदार जी आप आए हैं, ये संत कबीर जी की समाध है, ये बनारस से यहाँ आए थे, ये ब्रह्म ज्ञानी हैं, भगत हैं, बहुत बड़े भगत हैं। दूजे पासे मजौर बैठा से मुसलमान, और कहने लगे ये पीर फकीर कबीर की दरगाह है। क्योंकि कबीर मजहब करके थे मुसलमान सन, ये कबीर की दरगाह है। वो अपने ढंग नाल उपमा करन लगा। ब्राह्मण अपने ढंग नाल मैनू खिंचे तो मेरे कोल भी नहीं रहा गया। मैं को थाथों ते तंग आके विचारा इत्थे आया सी, तुसी इत्थे भी खेड़ा नहीं छड़िया, थाथों तंग होके आया सी, तुसी इत्थे भी खेड़ा नहीं छड़े। जीवदे जी गालां पे कढ़दे, उन्होंने बनारस चों कढ़िया
ਤੇ ਹੁਣ ਜਦ ਸਰੀਰ ਨਹੀਂ ਰਿਹਾ, ਉਹਦੀ ਮੜੀ ਦੀ ਪੂਜਾ ਦੇ ਉੱਤੇ ਆਪਣਾ ਧੰਦਾ ਚਲਾਇਆ। ਉਹ ब्रह्मजौर ਤੇ ਦੋਵੇਂ ਮੈਨੂੰ ਕਹਿਣ लगे, बड़े कठोर शब्द आप बोलते हैं, बहुत कठोरता से बोलते हैं। मैं कहा कठोरता तो तुसी दिखाई सी, विचारे ਨੂੰ बुढ़ेपे 'ਚ बनारस ਛੱਡਣੀ ਪਈ ਸੀ। ਤੁਹਾਥੋਂ ਤੰਗ ਆ ਕੇ ਇੱਥੇ ਆਇਆ ਸੀ, ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ। ਕਬੀਰ ਕਹਿੰਦੇ ਨੇ, ਜੋ ਤਨ ਕਾਸੀ ਤਜੇ ਕਬੀਰਾ, ਜੇ ਮੈਂ ਇੱਥੇ ਮਰ ਗਿਆ, ਇਹਨਾਂ ਨੇ ਕਹਿਣਾ ਹੈ ਸਿੱਧਾ ਸ਼ਿਵਾਂ ਦੀ ਪੁਰੀ 'ਚ ਗਿਆ, ਕਿਉਂਕਿ ਇੱਥੇ ਮਰਿਆ। ਕਬੀਰ ਕਹਿੰਦੇ ਨੇ ਇੱਥੇ ਨਹੀਂ ਮਰਨਾ, ਮਗਹਰ ਮਰਨਾ ਹੈ, ਔਰ ਖੋਤੇ ਦੀ ਜੋਨ ਵੀ ਨਹੀਂ ਜਾਣਾ, ਪ੍ਰਭੂ ਦੇ ਚ ਲੀਨ ਹੋਣਾ, ਪਰਮਾਤਮਾ ਦੇ ਚ ਲੀਨ ਹੋਣਾ। ਖੈਰ ਮੁਖਤਸਰ ਮੈਂ अर्ज ਕਰਾਂ, ਇਹ ਰੋਜ਼ ਸ਼ਮਸ਼ਾਨ ਘਾਟ ਚਲਾ ਜਾਂਦਾ ਸੀ। 1 ਮਿੰਟ ਹੋ ਲਵਾਂ। ਮਾਂ ਨੇ ਡਾਂਟਿਆ, ਰੋਜ਼ ਕਿਉਂ ਜਾਣਾ? ਕਬੀਰ ਕਹਿੰਦੇ ਨੇ, ਮਾਂ ਮੋਤੀ ਚੁਣਨ ਜਾਣਾ, ਬੜੇ ਮੋਤੀ ਇਕੱਠੇ ਕਰ ਲਿਆਣਾ, ਲੋਕੀ ਚੁਣਨਾ ਭੁੱਲ ਜਾਂਦੇ। ਮਾਂ ਕਹਿਣ ਲੱਗੀ, 2 ਵਕਤ ਦੀ ਰੋਟੀ ਘਰ ਨਸੀਬ ਨਹੀਂ ਹੈ, ਤੂੰ ਮੋਤੀ ਚੁਣਨ ਜਾਂਦਾ, ਕਿੱਥੇ ਰੱਖਦਾ? ਮਾਂ ਜਿੱਥੇ ਮੈਂ ਰੱਖਦਾ, ਕਦੀ ਝਾਤ ਮਾਰੇਗੀ, ਮੈਂ ਬੜਾ ਮਾਲਾ ਮਾਲ ਹੋ ਗਿਆ, ਬੜਾ ਮਾਲਾ ਮਾਲ ਹੋ ਗਿਆ। ਬੋਲੀ ਮਾਂ। ਇੱਕ ਦਿਨ ਉਸਨੇ ਪੀਛਾ ਕੀਤਾ, ਕੀ ਦੇਖਿਆ? ਚਿਤਾਵਾਂ ਤੇ ਜਲਦੀਆਂ ਪਈਆਂ ਨੇ। ਕਬੀਰ ਇੱਕ ਪਾਸੇ ਬੈਠੇ ਸਤਨਾਮ ਦੀ ਧੁਨੀ ਅਲਾਪ ਰਹੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਭਾਰਤ ਦੇ ਸਾਰੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਤੇ ਕਬੀਰ ਦੇ ਸਾਰੇ ਮੰਦਰਾਂ ਨੂੰ ਸਤਨਾਮੀ ਮੰਦਰ ਕਹਿੰਦੇ ਨੇ। ਬਾਹਰ ਸਤਨਾਮ ਲਿਖਿਆ ਹੁੰਦਾ ਹੈ, ਕਬੀਰ ਸਤਨਾਮ ਜਪਦਾ ਸੀ। ਕਰੀਬਨ ਕੋਈ 92 ਲੱਖ ਦੇ ਕਰੀਬ ਕਬੀਰ ਪੰਥੀ ਨੇ, ਪਰ ਇਹਨਾਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਸਤਨਾਮੀ ਕਹਿੰਦੇ। ਕਿਤੇ ਸਤਨਾਮੀ ਨੇ, ਸਤਨਾਮ ਜਪ। ਸਤਨਾਮ ਦੀ ਧੁਨ ਪਏ ਅਲਾਪਨ। ਮਾਂ ਨੇ ਆ ਕੇ ਮੋਢੇ ਤੇ ਹੱਥ ਰੱਖਿਆ, ਤੂੰ ਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਆਉਂਦਾ, ਮੋਤੀ ਚੁਣਦਾ ਪਿਆ। ਇਹ ਤੇ ਘਰ ਦੇ 'ਚ ਵੀ ਕਰ ਸਕਦਾ, ਜੇ ਇਹੀ ਮੋਤੀ ਹੈ ਸਤਨਾਮ ਸਤਨਾਮ ਜਪਣਾ, ਇਹ ਤੇ ਘਰ ਦੇ 'ਚ ਵੀ ਕਰ ਸਕਦਾ। ਮਾਂ ਨਹੀਂ, ਉੱਥੇ ਜੀਵਨ ਚੇਤੇ ਆਉਂਦਾ, ਤੋ ਜੀਵਨ ਕਰਕੇ ਸੰਸਾਰ ਚੇਤੇ ਆਉਂਦਾ, ਭੁੱਲ ਜਾਂਦਾ। ਇੱਥੇ ਜਲਦੀਆਂ ਹੋਈਆਂ ਚਿਤਾਵਾਂ ਨੂੰ ਦੇਖ ਕੇ ਮੌਤ ਚੇਤੇ ਆਉਂਦੀ ਹੈ, ਮੌਤ ਚੇਤੇ ਆਉਂਦੀ ਹੈ ਤਾਂ ਪਰਮਾਤਮਾ ਚੇਤੇ ਆਉਂਦਾ, ਈਸ਼ਵਰ ਚੇਤੇ ਆਉਂਦਾ। ਸਾਰੀ ਜ਼ਿੰਦਗੀ ਜਨਮ ਦਿਨ ਮਨਾਉਣ ਵਾਲਾ ਮਨੁੱਖ ਇੱਕ ਗੱਲ ਤੇ ਸਪਸ਼ਟ ਹੋ ਗਈ, ਇਹ ਰੱਬ ਨਾਲ ਨਹੀਂ ਜੁੜ ਸਕਦਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਸ਼ਲੋਕ ਦੇ ਵਿੱਚ ਕਹਿੰਦੇ ਨੇ, ਜਾਣੋ ਸਤ, ਇਹ ਸੱਚ ਕਰਕੇ ਜਾਣ। ਜਾਣੋ ਸਤ ਹੋਵੰਤੋ ਮਰਣੋ, ਮਰਨਾ ਹੋਣਾ। ਦ੍ਰਿਸ਼ਟੇਣ ਮਿਥਿਆ, ਜੋ ਅੱਖਾਂ ਨਾਲ ਦਿਖਾਈ ਦੇ ਰਿਹਾ ਹੈ ਸਭ ਮਿਥਿਆ ਹੈ ਔਰ ਕੁਛ ਨਹੀਂ ਜਾਣਾ, तो वाकई कुछ नहीं जाएगा। दूसरी पंक्ति श्रवण करो ते समाप्ति करिया जी। कीरत साथ चलंतो चलंथो भणंत नानक साध संगेण। कीरत साथ चलंतो भणंत नानक साध संगेण। गुरु की संगत च बैठ के गुरु के शब्द का जो जप किया है, सुरत शब्द नाल जोड़िए, प्रभु की कीर्ति गायन की है, बस यही नाल जाएगी और कुछ भी नाल नहीं। कीरत साथ चलंतो भणंत नानक साध संगेण। तो मनुख कीर्ति क्यों नहीं करता, ते मौत नूं चेते क्यों नहीं करता, ये अगले श्लोकां च गुरु अर्जन देव जी महाराज दसणगे। कल थोड़े सामने रखांगे। इत्थे ही समाप्ति। पुल चुक दी क्षमा। वाहिगुरू जी का खालसा वाहिगुरू।